ਮਲੂਕਾ ਨੇ ਕਿਹਾ ਕਿ ਬਾਗੀਆਂ ਦੇ ਇਕੱਠੇ ਹੋਣ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦਾ ਫਾਇਦਾ ਹੈ। ਅਕਾਲੀ ਦਲ ਦੇ ਨਾਲ ਬੀਜੇਪੀ ਦਾ ਹੋਣਾ ਬੇहद ਜ਼ਰੂਰੀ ਹੈ। ਲੋਕ ਅਕਾਲੀ ਦਲ ਦੀ ਸਰਕਾਰ ਮੁੜ ਚਾਹੁੰਦੇ ਹਨ। ਪਹਿਲਾਂ ਸਿਕੰਦਰ ਸਿੰਘ ਮਲੂਕਾ ਫਤਿਹਗੜ੍ਹ ਸਾਹਿਬ 'ਚ ਸੁਖਬੀਰ ਸਿੰਘ ਬਾਦਲ ਦੇ ਨਾਲ ਵੀ ਸੇਵਾ ਕਰਦੇ ਹੋਏ ਝੂਠੇ ਭਾਂਡੇ ਮਾਂਜਦੇ ਹੋਏ ਲੰਗਰ ਹਾਲ 'ਚ ਨਜ਼ਰ ਆਏ ਸੀ। ਸੁਧਾਰ ਲਹਿਰ ਦਾ ਹਿੱਸਾ ਸੀ। ਹਾਲਾਂਕਿ ਸੁਧਾਰ ਲਹਿਰ ਨੂੰ बीते कल ही समेट दिता गया। अकाल तख्त साहब के जथेदार के वलों आज फैसला सुनाया गया सी, जिसके चलते ही कल रस्मी ऐलान सुधार लहर के वलों किया गया ते उसनूं समेट दिता गया। सिकंदर सिंह मलूका का पर वड्डा बयान स्टेटमेंट सामने आई है कि अकाली दल के नाल बीजेपी का होना बेहद ही जरूरी है, बेहद ही लाजमी है। जिक्रयोग है कि 2020 ही जो 3 खेती कानून आए सी, काले खेती कानून जिन्होंने कहा जाता है, उसके पूरे मुद्दे ते ही बीजेपी ते जो अकाली दल का अलायंस टुटिया सी, तो उस तो बाद कभी भी अलायंस नहीं होया। 2022 असैंबली इलैक्शंस बीजेपी ते अकाली दल ने अपने दम ते ही लड़ियां सी। ਅਸਤੀਫਿਆਂ ਦੀ ਗੱਲ ਆਈ, ਇਹਨਾਂ ਨੇ ਟਾਈਮ ਲੈ ਲਿਆ ਥੋੜਾ ਜਿਹਾ, ਉਹ ਹੋ ਜਾਊਗਾ, ਕੋਈ ਪ੍ਰੋਬਲਮ ਨਹੀਂ ਹੈ। ਤੁਹਾਨੂੰ ਲੱਗਦਾ ਵੀ ਹੁਣ ਇੱਕ ਮੰਚ ਤੇ ਇਕੱਠੇ ਹੋਣਗੇ? ਹੋਣਾ ਚਾਹੇ, ਵੇਖੋ ਜੇ ਨਹੀਂ ਇਕੱਠੇ ਹੋਣਗੇ ਫਿਰ ਨੁਕਸਾਨ ਹੀ ਨੁਕਸਾਨ ਹੈ। ਭਾਵੇਂ ਕਿਸੇ ਨੂੰ ਗੱਲ ਮੇਰੀ ਚੰਗੀ ਲੱਗੇ ਭਾਵੇਂ ਨਾ ਲੱਗੇ, ਜੇ ਇਕੱਠੇ ਹੋ ਜਾਣਗੇ ਫਾਇਦਾ ਹੈ। ਪੰਜਾਬ 'ਚ 27 'ਚ ਸਰਕਾਰ ਬਣ ਜੂਗੀ, ਜਿਹਦੇ ਨਾਲ ਵੇਖੋ ਲੋਕ ਹੁਣ ਬਹੁਤ ਦੁਖੀ ਆ। 8 ਸਾਲ ਹੋ ਗਏ, 5 ਕਾਂਗਰਸ ਦੇ 3 ਇਹਨਾਂ ਦੇ। ਇਸ ਵੇਲੇ ਕਿਤੇ ਤੁਸੀਂ ਪਿੰਡਾਂ 'ਚ ਗੱਲ ਕਰ ਲਓ, ਮੁਲਾਜ਼ਮਾਂ ਨਾਲ ਗੱਲ ਕਰ ਲਓ, ਵਪਾਰੀਆਂ ਨਾਲ ਗੱਲ ਕਰ ਲਓ, ਪੰਜਾਬ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਸੋ ਲੋਕ ਚਾਹੁੰਦੇ ਆ, ਹੁਣ ਕਹਿਣ ਲੱਗੇ ਵੀ ਅਕਾਲੀ ਦਲ ਦੀ ਸਰਕਾਰ ਦੁਬਾਰਾ ਆਉਣੀ ਚਾਹੀਦੀ ਆ। ਆਮ ਲੋਕੀ ਗੱਲਾਂ ਕਰਨ ਲੱਗੇ, ਉਦੋਂ ਕੰਮ ਹੋ ਜਾਂਦੇ ਸੀ, ਡਿਵੈਲਪਮੈਂਟ ਬਹੁਤ ਹੋਈ ਸੀ। ਸੋ ਹੋਏਗੀ ਇਹ ਤਾਂ ਜੇ ਸਾਰੇ ਇਕੱਠੇ ਹੋਵਾਂਗੇ, ਅਕਾਲੀ ਦਲ ਵੀ ਇਕੱਠਾ ਹੋਏਗਾ, ਬਲਕਿ ਬੀਜੇਪੀ ਨੂੰ ਵੀ ਨਾਲ ਰਲਾਉਣਾ। ਹੁਣ ਨਗਰ ਨਿਗਮ ਚੋਣਾਂ ਦੀ ਕਾਂਗਰਸ ਨੇ ਵੀ ਨਿਗਮ ਚੋਣਾਂ ਦੇ ਲਈ ਆਪਣੀ ਲਿਸਟ ਜਾਰੀ ਕਰ ਦਿੱਤੀ ਹੈ। ਲੁਧਿਆਣਾ ਨਗਰ ਨਿਗਮ ਦੇ ਲਈ ਆਪਣੀ ਲਿਸਟ ਜਾਰੀ ਕੀਤੀ ਗਈ ਹੈ ਕਾਂਗਰਸ ਦੇ ਵੱਲੋਂ। ਕਾਂਗਰਸ ਨੇ ਲੁਧਿਆਣਾ ਦੇ ਲਈ 63 ਉਮੀਦਵਾਰ ਐਲਾਨ ਦਿੱਤੇ ਨੇ। 63 ਕੈਂਡੀਡੇਟਸ ਦਾ ਐਲਾਨ ਕਰ ਦਿੱਤਾ ਗਿਆ ਕਾਂਗਰਸ ਪਾਰਟੀ ਦੇ ਵੱਲੋਂ। 5 ਨਗਰ ਨਿਗਮ ਤੇ 43 ਕਾਉਂਸਲਸ ਦੀ ਚੋਣ ਹੋਣੀ ਹੈ ਤੇ 21 ਦਸੰਬਰ ਨੂੰ ਆਉਣ ਵਾਲੀ 21 ਦਸੰਬਰ ਨੂੰ VOTING ਹੋਏਗੀ ਤੇ ਉਸੇ ਦਿਨ ਹੀ ਨਤੀਜੇ ਐਲਾਨੇ ਜਾਣਗੇ। ਤੇ ਹਰ ਸਿਆਸੀ ਪਾਰਟੀ ਦੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਨੇ। ਬੈਕ ਟੂ ਬੈਕ ਮੀਟਿੰਗਸ ਕੀਤੀਆਂ ਜਾ ਰਹੀਆਂ ਨੇ। ਸਕਰੀਨਿੰਗ ਕਮੇਟੀਜ਼ ਦੀਆਂ तमाम ਤਸਵੀਰਾਂ ਸਾਹਮਣੇ ਆਈਆਂ ਨੇ। ਕਿਸ ਤਰੀਕੇ ਨਾਲ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤਸਵੀਰਾਂ 'ਚ ਵੇਖੇ ਜਾ ਸਕਦੇ ਨੇ। ਮੀਟਿੰਗ ਕੀਤੀ ਜਾ ਰਹੀ ਹੈ, ਸਟ੍ਰੈਟਜੀ ਰਣਨੀਤੀ ਜੋ ਹੈ ਉਹ ਕੜੀ ਜਾ ਰਹੀ ਹੈ। ਕੁਲਬੀਰ ਜ਼ੀਰਾ ਵੀ ਤਸਵੀਰਾਂ 'ਚ ਨਜ਼ਰ ਆ ਰਹੇ ਨੇ ਤੇ ਕਾਂਗਰਸ ਨੇ ਵੀ ਨਿਗਮ ਚੋਣਾਂ ਦੇ ਲਈ ਆਪਣੀ ਜੋ ਲਿਸਟ ਹੈ ਉਹ ਜਾਰੀ ਕਰ ਦਿੱਤੀ ਹੈ। ਲੁਧਿਆਣਾ ਨਗਰ ਨਿਗਮ ਦੇ ਲਈ ਆ ਲਿਸਟ ਜਾਰੀ ਕੀਤੀ ਗਈ ਹੈ। 5 ਨਗਰ ਨਿਗਮਾਂ ਤੇ 43 ਕਾਉਂਸਲ ਦੀ ਚੋਣ ਹੋਣੀ ਹੈ। 5 ਨਗਰ ਨਿਗਮਾਂ ਦਾ ਜ਼ਿਕਰ ਕਰੀਏ ਤੇ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ ਤੇ ਫਗਵਾੜਾ ਆ 5 ਨਗਰ ਨਿਗਮ ਨੇ ਜਿੱਥੇ ਕੀ ਚੋਣ ਹੋਣੀ ਹੈ 21 ਦਸੰਬਰ ਨੂੰ। ਹਾਲਾਂਕਿ ਜੋ ਨੋਮੀਨੇਸ਼ਨ ਪੇਪਰਸ ਫਾਈਲ ਕਰਨ ਦਾ ਪ੍ਰੋਸੈਸ ਸ਼ੁਰੂ ਹੋ ਚੁੱਕਿਆ ਹੈ। ਲੰਘੇ ਐਤਵਾਰ ਨੂੰ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ तमाम ਤਰੀਕਾਂ ਦਾ ਐਲਾਨ ਕੀਤਾ ਗਿਆ ਸੀ। 9 ਤਰੀਕ ਤੋਂ ਲੈ ਕੇ 12 ਤਰੀਕ ਤੱਕ ਨੋਮੀਨੇਸ਼ਨ ਪੇਪਰਸ ਫਾਈਲ ਹੋਣਗੇ। 13 ਤਰੀਕ ਨੂੰ ਮਾਫ ਕਰਨਾ 13 ਤਰੀਕ ਨੂੰ ਜੋ ਹੈ ਸਕ੍ਰੂਟਨੀ ਹੋਏਗੀ ਨੋਮੀਨੇਸ਼ਨ ਪੇਪਰਸ ਦੀ ਤੇ 14 ਤਰੀਕ ਨੂੰ ਵਿਡਰੋਲ ਆਫ ਨੋਮੀਨੇਸ਼ਨ ਪੇਪਰਸ यानी कि वापस लेने के लिए नॉमिनेशन पेपर्स आखिरी तरीक होगी 21 दसंबर को सवेरे 7 बजे तो लेकर 4 बजे तक वोटा पैणगियां। वोटिंग होगी ईवीएम के जरिए ही वोटा पैणगियां ते उसी दिन ही नतीजे ऐलान दिते जाणगे। पर इसनूं लैके हाल ही असीं सुनिया सी कि किस तरीके नाल बीजेपी दे वल्लों भी अपनी जो पहली लिस्ट है पटियाला नगर निगम दे लई वो जारी कर दी गई है ते हुण जो कांग्रेस पार्टी ने भी नगर निगमां चोणां दे लई अपनी तैयारी खिंची हुई है। लुधियाना नगर निगम दे लई पहली लिस्ट जारी कर दी गई है। 63 कैंडिडेट्स का नाम जो है इस लिस्ट ऐलानिया गया है। अगे वधांगे ते रुक रहांगे अगली खबरदार। राज्यसभा के चेयरमैन के खिलाफ बेभरोसगी मता लिया गया है, यानी कि नो कॉन्फिडेंस मोशन। जगदीप धनखड़ के खिलाफ विरोधी पार्टियों के वलों बेभरोसगी मता लिया गया है। राज्यसभा के सकत्तर जनरल नूं आज नोटिस सौंप दिता गया है। इंडिया ब्लॉक के 60 सांसदां ने इस तमाम नोटिस से मोशन से दस्तखत किए ने। सोनिया गांधी सने किसी भी फ्लोर लीडर ने दस्तखत साइन नहीं किए। सदन च पक्षपाती तरीके नाल काम करने का इल्जाम जो है वो लगाया जा रहा है जगदीप धनखड़ ते। राज्यसभा के चेयरमैन के खिलाफ बेभरोसगी मता जो है लिया जा रहा है। राज्यसभा के सकत्तर जनरल नूं आ नोटिस ऑलरेडी सौंप दिता गया है ते आ कहा जा रहा इल्जाम जो है लगाए जा रहे हैं कि पक्षपाती तरीके नाल काम किया जाता है राज्यसभा के अंदर, जिसके चलते इंडिया ब्लॉक के 60 सांसदां ने दस्तखत इस मोशन से किए। हमारी लड़ाई चेयरमैन से नहीं होती है, नहीं होनी चाहिए, पर जब पानी सर से ऊपर जाता है तो इंडिया ब्लॉक के सभी लोग इकट्ठे होते। इंडिया ब्लॉक यूनाइटेड है और हमारे सभी साथियों ने मिलकर फैसला किया है
मैं मानता हूं कि ज़रूर चेयरमैन साहब को भी इसके ऊपर संज्ञान लेके डायलॉग करना चाहिए। वो चेयर है, वो हमारे लिए सम्मानीय चेयर है। हमारी लड़ाई उस चेयर से नहीं है, हमारी लड़ाई आइडियोलॉजिकल है, सरकार के रवैये से है, सरकार की बातों से है। पर वहाँ सरकार अगर चेयर को आगे करती है तो मैं मानता हूँ कि चेयर को भी संज्ञान लेके ऑपोजिशन का विश्वास जीतना होगा, तभी एक सही संदेश जाएगा। The All India Trinamool Congress has walked out of the Rajya Sabha in pursuit of our constitutional rights, in order to protect constitutional parliamentary democracy. We have given in our resolution of no confidence. Why have we given in our resolution of no confidence? Because the Modi government is murdering Parliament. The Modi government is subordinating high constitutional offices to executive power. The basic principle of parliamentary democracy is that the government is responsible to Parliament. The government cannot take any arbitrary decision without the approval and scrutiny of Parliament. Parliament works through debates. Parliament works through the committee system. This system is being completely destroyed by the BJP. The opposition is not being allowed to raise people's issues. Today, every household is tortured by rise in vegetable prices, food prices. Every household is tortured by unemployment. Every household is tortured by youth unemployment. Today, almost over 30% of children are suffering from stunting due to lack of nutrition. Manipur is burning for 20 months. Is Manipur not part of India? Are the citizens of Manipur not citizens of India? Prime Minister has not visited Manipur even once. So, because we are not being able to bring up the people's issues in Parliament, every time we bring up the people's issues, we are stopped. And you know, for the first time in history, the government is disrupting Parliament. The Treasury benches are disrupting Parliament. I have never seen this. I was a former journalist. I used to cover Parliament. I have never seen a situation where the government itself is disrupting Parliament and the Treasury benches are disrupting Parliament. In view of democratic principles and to protect democratic principles and to protect the institutions and principles of parliamentary democracy, we have submitted our resolution of no confidence.